तेरे कोलों मैं कुछ होर नहीं मंगदा। ਜਦੋਂ ਉਹ ਇਹਦਾ ਹੋ ਗਿਆ ਤੇ ਸਾਰਾ ਕੁਝ ਹੀ ਇਹਦਾ। ਉਹ ਜਿੱਦਾਂ ਪੰਜਾਬੀ ਕਹਿੰਦੇ ਨਾ, ਹੋਵੇ ਖਸਮ ਜਿਹਦੀ ਵੱਲ ਉਹਦੀ ਕੌਣ ਕਰੇਗਾ। ਘਰ 'ਚ ਬੀਵੀ ਆ, ਜੇ ਉਹਦਾ ਆਦਮੀ ਉਹਦੇ ਨਾਲ ਆ, ਉਹਨੂੰ ਕਿਹੜਾ ਡਰ ਆ ਸੱਸ ਸਹੁਰੇ ਦਾ, ਦੇਰ ਜੇਠ ਦਾ ਜਾਂ ਮਹੱਲੇ ਦਾ, ਕਿਸੇ ਦਾ ਡਰ ਨਹੀਂ। ਉਹ ਆਕੜ ਕੇ ਤੁਰੀ ਫਿਰਦੀ, ਕਹਿੰਦੀ ਕੋਈ ਨਹੀਂ ਬੰਦਾ ਮੇਰੇ ਨਾਲ। ਤੇ ਜੇ ਆਦਮੀ ਉਹਦੇ ਨਾਲ ਹੋ ਜਾਵੇ ਨਾਰਾਜ਼, ਤੇ ਦੇਰ ਜੇਠ ਹੋਈ ਆ, ਸੱਸ ਸਹੁਰਾ ਵੀ ਹੱਲ ਹੈ, ਉਹ ਕੀ ਕਰ ਸਕਦੇ ਉਹਦੇ ਵਾਸਤੇ। ਫਿਰ ਘਰ 'ਚ ਬਾਦਸ਼ਾਹੀ ਜਿਹੜੀ ਉਹਦੀ ਆ, ਉਹ ਆਪਣੇ ਮਰਦ ਦੇ ਨਾਲ। ਤੇ ਫਿਰ ਮਰਦ ਨੂੰ ਆਪਣੇ ਮੀਆਂ ਨੂੰ ਰਾਜ਼ੀ ਰੱਖੇ ਤੇ ਘਰ ਦੇ ਵਿੱਚ ਉਹ ਬਾਦਸ਼ਾਹ, ਪੂਰੇ ਘਰ ਦੀ ਮਾਲਕ ਆ। ਬਾਹਰੋਂ ਸਵੇਰ ਤੋਂ ਸ਼ਾਮ ਤੱਕ ਕਮਾਉਂਦਾ, ਮਿਹਨਤ ਕਰਦਾ, ਸ਼ਾਮ ਨੂੰ ਜਦੋਂ ਆਉਂਦਾ ਜੋ ਕਮਾਇਆ ਉਹ ਘਰ ਬੈਠੀ ਉਹਦੇ ਹੱਥ 'ਤੇ ਲਿਆ ਕੇ ਰੱਖਦੀ। ਕਮਾਏ ਇੰਨੇ ਆ, ਮਿਹਨਤ ਇੰਨੇ ਕੀਤੀ ਆ, ਹਰ ਚੀਜ਼ ਦੀ ਮਾਲਕ ਹੋਊਗਾ। ਤੇ ਜਿਸ ਵੇਲੇ ਮਰਦ ਹੋ ਜਾਵੇ ਨਾਰਾਜ਼ ਇਹਦੇ ਨਾਲ, ਜਦੋਂ ਸ਼ੌਹਰ ਨਾਰਾਜ਼ ਹੋ ਗਿਆ ਤੇ ਉਹਨੇ ਘਰੋਂ ਬਾਹਰ ਕੱਢਿਆ, ਤੇ ਜਿਸ ਘਰ ਦੀ ਮਾਲਕ ਸੀ ਤੇ ਦਰਵਾਜ਼ੇ 'ਚੋਂ ਪੈਰ ਬਾਹਰ ਰੱਖਿਆ ਤੇ ਕੰਡਾ ਲੱਗ ਗਿਆ, ਤੇ ਫਿਰ ਉਸ ਘਰ 'ਚੋਂ ਸੂਈ ਵੀ ਹੈ ਨਹੀਂ ਕਿ ਜਿਹਦੇ ਨਾਲ ਕੰਡਾ ਕੱਢ ਸਕਦਾ। ਤੇ ਫਿਰ ਉਹ ਘਰ ਦੀ ਬਾਦਸ਼ਾਹੀ ਜਿਹੜੀ ਆ, ਉਹ ਆਪਣੇ ਮਾਲਕ ਦੇ ਨਾਲ ਆ। ਤੇ ਫਿਰ ਜੇ ਇਸ ਦੁਨੀਆ ਤੇ ਜੇ ਆਖਰਤ ਦੇ ਵਿੱਚ ਬਾਦਸ਼ਾਹੀ ਕਾਇਮ ਕਰਨੀ ਆ, ਸਕੂਨ ਚਾਹੀਦਾ, ਤੇ ਫਿਰ ਉਹਦੇ ਵਾਸਤੇ ਕੀ ਕਰਨਾ ਪਊ, ਆਪਣੇ ਮਾਲਕ ਨਾਲ ਜਾਰੀ ਹੋਣਾ। ਤੇ ਫਿਰ ਮਾਲਕ ਤੇ ਯਕੀਨ ਤਵੱਕਲ ਜਿਹੜਾ ਵਾ, ਉਹ ਯਕੀਨ ਮੁਹਕਮ ਜਿਹੜਾ ਵਾ, ਉਹ ਰੱਖਣਾ ਪਊਗਾ। ਜਿਸ ਵੇਲੇ ਉਹਦੇ ਉੱਤੇ ਯਕੀਨ ਪੱਕਾ ਹੋਊਗਾ, ਫਿਰ ਕਿਸੇ ਚੀਜ਼ ਦੀ ਥੋੜ੍ਹ। ਸਾਡੇ ਯਕੀਨ ਜਿਹੜੇ ਆ, ਉਹ ਭਟਕਲ ਯਕੀਨ ਆ, ਸਿਦਕੁਲ ਯਕੀਨ ਬਹੁਤ ਘੱਟ ਵਾ। ਅਟਕਲ ਯਕੀਨ ਤੇ ਭਟਕਲ ਯਕੀਨ ਅਸੀਂ ਬੋਲਦੇ ਹਾਂ। ਤੇ ਸਿਦਕੁਲ ਯਕੀਨ ਹੋ ਕੇ ਬੈਠ ਜਾਈਏ ਸਿਦਕ ਦੇ ਨਾਲ, ਤੇ ਉਹ ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ, ਉਹ ਕਮੀ ਕੋਈ ਨਹੀਂ ਰੱਖਦਾ, ਉਹ ਆਪਣੇ ਖਜ਼ਾਨਿਆਂ 'ਚੋਂ ਦਈ ਰੱਖਦਾ। ਤੇ ਅਸੀਂ ਫਿਰ ਭਟਕਲ ਯਕੀਨ ਇੱਦਾਂ ਹੋ ਜਾਂਦੇ ਹਾਂ, ਸਾਡਾ ਯਕੀਨ ਕਦੀ ਅਟਕ ਜਾਂਦਾ ਕਿਸੇ ਗੱਲ 'ਤੇ, ਕਦੀ ਭਟਕ ਜਾਂਦਾ, ਕਿ ਅਸੀਂ ਸੋਚਦੇ ਪਤਾ ਨਹੀਂ ਵੀ ਅੱਜ ਮੰਗਿਆ ਨਹੀਂ ਮਿਲਿਆ, ਕੱਲ੍ਹ ਨੂੰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਇਹ ਦੇਖੋ ਕਿ ਜਿਹੜਾ ਰੋਜ਼ੀ ਜਿਹੜੀ ਆ, ਜਿਹੜਾ ਚੀਜ਼ਾਂ ਉਹਨੇ ਵਾਅਦਾ ਕੀਤਾ ਹੋਇਆ, ਉਹ ਸਾਨੂੰ ਦੇਣੀ ਨਹੀਂ ਉਹਨੇ, ਉਹ ਦੇ ਰਿਹਾ ਬਚਪਨ ਤੋਂ ਲਾ ਕੇ ਹੁਣ ਤੱਕ ਦੇ ਰਿਹਾ। ਅੱਗੇ ਵੀ ਜਿਹੜਾ ਵਕਤ ਆਉਣਾ ਉਹ 'ਚ ਵੀ ਉਹਨੇ ਦੇਣੀ। ਤੇ ਫਿਰ ਰੋਜ਼ੀ ਦਾ ਮਾਲਕ ਨੇ ਦੇਣੀ ਦੇਣੀ ਹੈ। ਤੇ ਇਸ ਰੋਜ਼ੀ ਦੇ ਪਿੱਛੇ ਦੌੜਿਆ ਫਿਰਦਾ। ਮੰਗਣਾ ਉਹ ਚਾਹੀਦਾ ਜਿਹੜਾ ਉਹਨੇ ਕਿਹਾ ਕਿ ਤੂੰ ਕੁਛ ਕਰ। ਰੋਜ਼ੀ ਦਾ ਉਹਨੇ ਵਾਅਦਾ ਕੀਤਾ, ਆਖਰਤ ਦਾ ਵਾਅਦਾ ਨਹੀਂ ਕੀਤਾ। ਆਖਰਤ ਜਿਹੜੀ ਆ, ਉਹ ਇਹਦੇ ਅਮਲਾਂ ਦੇ ਉੱਤੇ ਹੋਣੀ ਹੈ। ਉਹ ਜ਼ਾਤ ਨੇ ਕਿਹਾ ਕਿ ਜੋ ਤੂੰ ਕਰਕੇ ਆਏਗਾ, ਤੇਰਾ ਹਿਸਾਬ ਕਿਤਾਬ ਕਰਾਂਗੇ, ਹਿਸਾਬ ਕਰਕੇ ਜਿਹੜੇ ਚੀਜ਼ ਦਾ ਤੂੰ ਹੱਕਦਾਰ ਹੋਇਆ ਤੈਨੂੰ ਉਹ ਦੇ। ਪਰ ਦੁਨੀਆ 'ਤੇ ਜਿੰਨਾ ਦਿਨ ਤੂੰ ਰਹਿਣਾ, ਸਾਹ ਤੇਰੇ ਮੁਕਰਰ ਆ, ਰੋਜ਼ੀ ਤੇਰੀ ਮੁਕਰਰ ਆ। ਸਾਹ ਨਾ ਵੱਧ ਹੋਣਾ ਨਾ ਘੱਟ ਹੋਣਾ, ਜਿੰਨੇ ਲਿਖੇ ਗਏ ਉਨੇ ਹੀ ਮਿਲਣੇ। ਰੋਜ਼ੀ ਜਿੰਨੀ ਇਹਦੇ ਨਸੀਬਾਂ 'ਚ ਆ, ਉਹਨੂੰ ਉਨੀ ਹੀ ਮਿਲਣੀ। ਔਰ ਜ਼ਾਤ ਨੇ ਵਾਅਦਾ ਕਰ ਲਿਆ, ਉਹ ਆਪਣੇ ਵਾਅਦਾ ਖਿਲਾਫੀ ਨਹੀਂ ਕਰਦਾ। ਉਹ ਜਿਹੜਾ ਵਾਅਦਾ ਕੀਤਾ, ਉਹ ਆਪਣੇ ਵਾਅਦੇ ਨੂੰ ਪੂਰਾ ਕਰਦਾ। ਤੇ ਫਿਰ ਰਿਜ਼ਕ ਦਾ ਉਹਨੇ ਵਾਅਦਾ ਕੀਤਾ ਹੋਇਆ, ਰਿਜ਼ਕ ਇਹਨੂੰ ਮਿਲਣਾ ਹੀ ਮਿਲਣਾ। ਰਿਜ਼ਕ ਨੂੰ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਹੀ ਨਹੀਂ ਕਿ ਜੇ ਇਸ ਰਿਜ਼ਕ ਦੇ ਪਿੱਛੇ ਦੌੜਿਆ ਫਿਰਦਾ, ਕਿ ਇਹ ਰਿਜ਼ਕ ਦਾ ਆਪ ਇਹਨਾਂ ਨੂੰ ਤੁਰਿਆ ਫਿਰਦਾ। ਪਰ ਜਿਹੜਾ ਵਾਅਦਾ ਨਹੀਂ ਕੀਤਾ, ਧਿਆਨ ਉਧਰ ਨੂੰ ਕਰਨਾ ਚਾਹੀਦਾ ਕਿ ਅਸੀਂ ਉਹ ਚੀਜ਼ ਮੰਗੀਏ ਜਿਹੜਾ ਉਹਨੇ ਵਾਅਦਾ ਨਹੀਂ ਕੀਤਾ। ਜਿਹੜਾ ਉਹਨੇ ਕਿਹਾ ਕਿ ਤੂੰ ਆਪ ਕਰੇਗਾ, ਆਪਣੀ ਹਿੰਮਤ ਨਾਲ ਲੈ ਕੇ, ਉਹ ਕੀ ਹੈ ਇਹਦੀ ਆਖਰਤ। ਤੇ ਆਪਣੀ ਆਖਰਤ ਵਾਲੇ ਪਾਸੇ ਨੂੰ ਧਿਆਨ ਬਹੁਤਾ ਕਰਨਾ ਚਾਹੀਦਾ। ਅਸੀਂ ਕੀ ਕੀਤਾ, ਆਖਰਤ ਵਾਲਾ ਪਾਸਾ ਛੱਡਿਆ ਵਾ, ਆ ਦੁਨੀਆ ਵਾਲੇ ਪਾਸੇ ਨੂੰ ਹੋਏ ਆ ਕਿ ਅੱਜ ਮੇਰੇ ਕੋਲ ਉਹ ਹੋ ਜਾਵੇ, ਅੱਜ ਮੇਰੇ ਕੋਲ ਆਹ ਹੋ ਜਾਵੇ। ਇੰਨਾ ਕੁਛ ਬਣਾ ਕੇ ਕਰਕੇ ਅਖੀਰ ਫਿਰ ਇੱਕ ਨਾ ਇੱਕ ਦਿਨ ਸਾਰਾ ਕੁਛ ਬਣਾ ਕੇ ਨਿਆਣਿਆਂ ਦੇ ਸਪੁਰਦ ਕਰਕੇ ਆਪ ਵੇਚ ਰਹੇ ਨੇ। ਤੇ ਫਿਰ ਜਿਹੜਾ ਸਾਰੀ ਉਮਰ ਕਰਦਾ ਰਿਹਾ, ਉਹਦੇ ਤੇ ਕਾਫੀ ਨਾ ਆਇਆ, ਕਬਰ 'ਚ ਇਹਦੇ ਨਾਲ ਹੀ ਨਹੀਂ ਗਿਆ। ਫਿਰ ਕੰਮ ਉਹ ਹੋਵੇ ਜਿਹੜਾ ਕਬਰ 'ਚ ਇਹਦੇ ਨਾਲ ਜਾਵੇ। ਤੇ ਫਿਰ ਕਬਰ ਦੇ ਵਿੱਚ ਅਮਲ ਇਹਦੇ ਨਾਲ ਜਾਣੇ ਆ, ਰਿਜ਼ਕ ਨੇ ਇਹਦੇ ਨਾਲ ਨਹੀਂ ਜਾਣਾ, ਧੀਆਂ ਪੁੱਤਾਂ ਨੇ ਨਹੀਂ ਜਾਣਾ, ਕੋਠਿਆਂ ਨੇ ਨਹੀਂ ਜਾਣਾ, ਹੋਰ ਜੋ ਦੁਨੀਆ ਦਾ ਮਾਲ ਕਮਾਉਂਦੇ ਆ ਉਹਨੇ ਇਹਦੇ ਨਾਲ ਨਹੀਂ ਜਾਣਾ। ਨਾਲ ਜਾਣੇ ਆ ਤੇ ਇਹਦੇ ਆਪਣੇ ਅਮਲ ਜਾਣੇ। ਤੇ ਆਪਣੇ ਅਮਲ ਨੂੰ ਇੱਥੇ ਦਰੁਸਤ ਕਰ ਲਵੇ। ਜਦੋਂ ਇਹਦੇ ਅਮਲ ਦਰੁਸਤ ਹੋ ਗਏ ਤੇ ਫਿਰ ਮਾਲਕ ਇਹਦੇ ਨਾਲ ਹੋ ਗਿਆ, ਉਹਨੇ ਫਿਰ ਇਹਨੂੰ ਦੁਨੀਆ ਵੀ ਦੇਈ ਜਾਣੀ ਆ, ਇਹਨੂੰ ਆਖਰਤ ਵੀ ਦੇਣੀ ਹੈ। ਸੋਚੋ, ਦੁਨੀਆ ਮੰਗਾਂਗੇ ਤੇ ਸਿਰਫ ਦੁਨੀਆ ਮਿਲਣੀ ਹੈ, ਤੇ ਜੇ ਮਾਲਕ ਨੂੰ ਮੰਗਾਂਗੇ ਤੇ ਫਿਰ ਦੋ ਚੀਜ਼ਾਂ ਮਿਲਣੀਆਂ, ਫਿਰ ਮਾਲਕ ਵੀ ਮਿਲ ਜਾਣਾ ਉਹਦੇ ਨਾਲ। ਪਰ ਹੁਣ ਉਹ ਸਿਮਤ ਇਹਦੀ ਮੰਗਦਾ ਜ਼ਰੂਰ, ਚੱਲਦਾ ਜ਼ਰੂਰ ਆ, ਪਰ ਇਹਦੀ ਸਿਮਤ ਗਲਤ ਆ। ਇਬਾਦਤ ਜ਼ਰੂਰ ਕਰ ਰਿਹਾ ਵਾ, ਦਿਨ ਰਾਤ ਨਮਾਜ਼ਾਂ, ਰੋਜ਼ੇ, ਹੱਜ, ਜ਼ਕਾਤ, ਸਾਰੀਆਂ ਇਬਾਦਤਾਂ ਕਰ ਰਿਹਾ ਵਾ, ਲੇਕਿਨ ਇਬਾਦਤਾਂ ਕਰਦਿਆਂ ਹੋਇਆ ਆਪਣੀ ਸਿਮਤ ਜਿਹੜੀ ਹੈ ਨਾ, ਉਹ ਗਲਤ ਪਾਸੇ ਨੂੰ ਤੁਰ ਪਿਆ ਵਾ। ਰਸਤਾ ਜਿਹੜਾ ਵਾ ਸੱਜੇ ਪਾਸੇ ਨੂੰ ਜਾਣਾ ਸੀ, ਇਹ ਤੁਰ ਪਿਆ ਖੱਬੇ ਪਾਸੇ ਨੂੰ। ਹੁਣ ਖੱਬੇ ਪਾਸੇ ਨੂੰ ਤੁਰ ਪਿਆ, ਉਹਦੇ ਖੱਬੇ ਪਾਸੇ ਤਾਂ ਇਹਦੀ ਮੰਜ਼ਿਲ ਹੀ ਹੈ ਨਹੀਂ, ਮੰਜ਼ਿਲ ਤਾਂ ਇਹਦੀ ਸੱਜੇ ਪਾਸੇ ਆ। ਹੁਣ ਬਜਾਏ ਇੱਧਰ ਨੂੰ ਜਾਣ ਦੇ, ਜਦੋਂ ਦੂਸਰੇ ਰਸਤੇ ਚੱਲਿਆ, ਫਿਰ ਚੱਲਦਾ ਜਾਂਦਾ, ਖੁੱਬਦਾ ਜਾਂਦਾ, ਖੁੱਬਦਾ ਦੂਰ ਹੀ ਨਿਕਲ ਜਾਂਦਾ। ਤੇ ਫਿਰ ਜੇ ਸਿੱਧੇ ਰਸਤੇ 'ਤੇ ਚੱਲ ਪਵੇ, ਫਿਰ ਮੰਜ਼ਿਲ ਜਿਹੜੀ ਇਹਦੇ ਨਜ਼ਦੀਕ ਆ। ਪਰ ਉਹ ਮੰਜ਼ਿਲ ਦੀ ਨਿਸ਼ਾਨਦੇਹੀ ਜਿਹੜੀ ਆ, ਉਹ ਕਿੱਦਾਂ ਹੋਣੀ ਆ? ਉਹ ਜੇ ਕਿਤਾਬਾਂ ਪੜ੍ਹ ਕੇ ਕਰੋਗੇ, ਕਿਤਾਬਾਂ 'ਚ ਹੁੰਦੀ ਨਹੀਂ। ਕਿਤਾਬਾਂ ਤਾਂ ਇਹਨੂੰ ਹੋਰ ਪਾਸੇ ਨੂੰ ਅੱਗੇ ਦੇ ਕੇ ਲੈ ਜਾਂਦੀਆਂ।
ਤੇ ਜੇ ਦੁਨੀਆਦਾਰਾਂ ਕੋਲ ਜਾ ਕੇ ਲੱਭਾਂਗੇ ਉੱਥੋਂ ਵੀ ਨਹੀਂ ਮਿਲਣੀ। ਇਹ ਤਾਂ ਫਿਰ ਉਹਦੇ ਕੋਲ ਮਿਲਣੀ ਆ ਜਿਹੜਾ ਫਿਰ ਉਸ ਮੰਜ਼ਿਲ ਨੂੰ ਜਾਣਦਾ, ਜਿਹੜਾ ਉਸ ਮੰਜ਼ਿਲ ਦਾ ਵਾਕਫ ਆ, ਉਹਨੇ ਹੀ ਉਹ ਰਸਤਾ ਦੇਣਾ ਵਾ, ਦੂਸਰੇ ਬੰਦੇ ਨੇ ਉਹ ਰਸਤਾ ਨਹੀਂ ਦੇਣਾ। ਕਿ ਉਹ ਕਬੀਰ ਸਾਹਿਬ ਦਾ ਸ਼ੇਰ ਆ ਕਿ ਤੂੰ ਢੂੰढे जिस चीज़ को किस बिद आवे हाथ, कहत कबीर तब पाइए जब ਭੇਤੀ ਲੱਗੇ ਸਾਥ। ਕਿ ਭੇਤੀ ਤੋਂ ਬਗੈਰ ਜਿਹੜਾ ਵਾ ਰਸਤਾ ਨਹੀਂ ਮਿਲਦਾ। ਫਿਰ ਅਸੀਂ ਰਸਤਾ ਲੱਭਦੇ ਹਾਂ ਭੇਤੀ ਤੋਂ ਬਗੈਰ। ਭੇਤੀ ਤੋਂ ਬਗੈਰ ਹੁਣ ਆਪਣੀ ਅਕਲ ਦੇ ਨਾਲ ਲੱਭਦੇ। ਆਪਣੀ ਅਕਲ ਕਿੰਨੀ ਕੁ ਚੱਲ ਜੂਗੀ? ਕਿਉਂਕਿ ਆਪਣੀ ਅਕਲ ਜਿਹੜੀ ਆ ਅਸੀਂ ਬਚਪਨ ਤੋਂ ਲੱਗ ਕੇ ਹੁਣ ਤੱਕ ਇਸਤੇਮਾਲ ਕੀਤੀ ਆ, ਲੇਕਿਨ ਦੇਖੀਏ ਕਿ ਅਕਲ ਦੇ ਨਾਲ ਦੁਨੀਆ ਦਾ ਕਮਾ ਲਊਗਾ ਪਰ ਦੀਨ ਨਹੀਂ ਕਮਾ ਹੋਣਾ। ਤੇ ਫਿਰ ਦੀਨ ਕਮਾਉਣ ਵਾਸਤੇ ਫਿਰ ਇਹਨੂੰ ਕੀ ਕਰਨਾ ਪਊਗਾ? ਕੋਈ ਭੇਤੀ ਲੱਭਣਾ ਪਊਗਾ। ਅਗਰ ਇਹਨੂੰ ਕੋਈ ਭੇਤੀ ਮਿਲ ਜਾਵੇ, ਉਹ ਫਿਰ ਰਹਿਨਮਾਈ ਕਰੇ ਕਿ ਲੈ ਬਹੁਤਾ ਨਾ ਖਪੇ, ਆਹ ਰਸਤਾ ਜਾਂਦਾ ਵਾ, ਆਹ ਤੇਰੀ ਮੰਜ਼ਿਲ ਆ, ਇਸ ਰਸਤੇ 'ਤੇ ਚੱਲ ਪਏ, ਆਹ ਤੇਰੀ ਮੰਜ਼ਿਲ ਆ, ਦੂਰ ਕਿੱਥੋਂ। ਤੇ ਫਿਰ ਅਸੀਂ ਹੁਣ ਆਪਣੀ ਅਕਲ ਨੂੰ ਲੈ ਕੇ ਅਸੀਂ ਕਹਿੰਦੇ ਨਹੀਂ ਅਸੀਂ ਆਪ ਹੀ ਫੈਸਲਾ ਕਰ ਲਾਂਗੇ, ਅਸੀਂ ਆਪ ਹੀ ਚੱਲ ਲਵਾਂਗੇ। ਆਪ ਕਿਤੇ ਚੱਲ ਲਵਾਂਗੇ? ਜੇ ਆਪ ਚੱਲ ਹੁੰਦਾ ਤੇ ਫਿਰ ਜਿੰਨੇ ਵੀ ਦਰਵੇਸ਼ ਦੁਨੀਆ 'ਤੇ ਹੋਏ ਆ, ਕਾਮਲ ਹੋਏ ਆ, ਉਹਨਾਂ ਨੂੰ ਕਿਹੜੀ ਜ਼ਰੂਰਤ ਪਈ ਸੀ ਕਿਸੇ ਜਗ੍ਹਾ 'ਤੇ ਜਾਣ ਦੀ? ਜਿਹੜੀ ਮਿਹਨਤ ਕੀਤੀ, ਬਾਬਾ ਫਰੀਦ ਸਾਹਿਬ ਨੇ ਕਿੰਨੀ ਰਿਆਜ਼ਤ ਕੀਤੀ, ਸੁਲਤਾਨ ਬਾਹੂ ਸਾਹਿਬ ਨੇ ਕਿੰਨੀ ਮਿਹਨਤ ਕੀਤੀ, ਜਾਂ ਹੋਰ ਬਾਕੀ ਵੀ ਜਿਹੜੇ ਦਰਵੇਸ਼ ਆ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ। ਲੇਕਿਨ ਇੰਨੀ ਮਿਹਨਤ ਕਰਕੇ ਉਹਨਾਂ ਨੂੰ ਰਸਤਾ ਨਹੀਂ ਮਿਲਿਆ। ਅਖੀਰ ਉਹਨਾਂ ਨੂੰ ਫਿਰ ਰਸਤੇ ਦੀ ਰਹਿਨਮਾਈ ਵਾਸਤੇ ਕਿਸੇ ਕੋਲ ਜਾਣਾ ਪਿਆ। ਫਿਰ 36 ਸਾਲ ਜੋਧ ਕਰਕੇ ਚਿੜੀਆਂ ਨੂੰ ਕਹਿੰਦੇ ਸੀ ਜੀ ਪਾਓ ਤੇ ਜੀ ਪੈਂਦੀਆਂ ਸੀ, ਜੇ ਕਹਿੰਦੇ ਸੀ ਮਰ ਜਾਓ ਤੇ ਮਰ ਜਾਂਦੀਆਂ ਸੀ। ਜਿਹੜੀ ਰਿਆਜ਼ਤ ਇੰਨੀ ਕਰ ਲਈ ਸੀ, ਮੁਜਾਹਦਾ ਮਸ਼ੱਕਤ ਇੰਨੀ ਕੀਤੀ ਕਿ ਉਹ ਆਪਣੇ ਆਪ 'ਚ ਉਹ ਚੀਜ਼ ਪੈਦਾ ਕਰ ਲਈ ਕਿ ਚਿੜੀਆਂ ਮਾਰ ਵੀ ਦਿੰਦੇ ਸੀ ਤੇ ਚਿੜੀਆਂ ਜਿੰਦੀਆਂ ਵੀ ਕਰਦੀਆਂ। ਪਰ ਉਹ ਅਸਲ ਰਸਤੇ ਤੋਂ ਵਾਕਫ ਨਹੀਂ ਸੀ। ਉਸ ਰਸਤੇ ਵਾਸਤੇ ਫਿਰ ਉਹਨਾਂ ਨੂੰ ਫਿਰ ਅੱਗੇ ਜਾਣਾ ਪਿਆ। ਜਿਸ ਵੇਲੇ ਉਸ ਰਸਤੇ ਦੀ ਤਲਾਸ਼ ਵਿੱਚ ਗਏ, ਫਿਰ ਅੱਗਿਓਂ ਜਾ ਕੇ ਉਹ ਫਿਰ ਰਸਤਾ ਮਿਲਿਆ। ਜਿਸ ਵੇਲੇ ख्वाजा मोइनुद्दीन चिश्ती को गए ਬਾਬਾ ਫਰੀਦ ਸਾਹਿਬ, ਫਿਰ ਆਪ ਨੇ ਕਿਹਾ ਕਿ ਲੈ ਤੈਨੂੰ ਰਸਤਾ ਦਿੰਦੇ। ਫਿਰ ਵੀ ਇਹਦੇ ਯਕੀਨ ਨੂੰ ਅਜ਼ਮਾਇਆ। ਗੱਲ ਤਾਂ ਰਸਤਾ ਤਾਂ ਆਪ ਵੀ ਦੱਸ ਸਕਦੇ ਸੀ, ਆਪ ਨਹੀਂ ਦੱਸਿਆ ਕਿਉਂਕਿ ਕੀ ਕਿ ਉਹ ਬੱਚਾ ਬੈਠਾ ਸਾਡਾ, ਉਹਨੂੰ ਪੁੱਛ ਲਿਆ ਜਾਂਦਾ ਕਿ ਦੇਖੀਏ ਕਿ ਹੋਣੀ ਇਹ ਥੋੜ੍ਹੀ ਜੂਗਾ। ਉਹ ਆਪ ਨੇ ਜਦੋਂ ਦੇਖਿਆ ਮੇਰੀ ਇੰਨੀ ਮਿਹਨਤ, ਇੰਨੀ ਮੇਰੀ ਰਿਆਜ਼ਤ ਤੇ ਮੇਰੀ ਉਮਰ ਇੰਨੀ, ਇਹ ਕੱਲ੍ਹ ਦਾ ਬੱਚਾ ਮੈਨੂੰ ਇੱਥੇ ਭੇਜਦਾ ਨਹੀਂ ਕਿ ਦੱਸਣਾ। ਤੇ ਆਪ ਨੇ ਫਿਰ ਬੱਚੇ ਨੇ ਫਿਰ ਜਿਹੜਾ ਫਿਰ ਕਮਾਲ ਕਰਕੇ ਕਿਤਾਬ ਤੋਂ ਦਿਖਾ ਦਿੱਤਾ ਤੇ ਫਿਰ ਉੱਥੇ ਮੰਨਣਾ ਪੈ ਗਿਆ। ਯਾਨੀ ਫਿਰ ਇਲਮ ਜਿਹੜਾ ਵਾ, ਇਲਮ ਤਾਂ ਸਾਨੂੰ ਕਿਤਾਬਾਂ 'ਚੋਂ ਤੁਰ ਫਿਰ ਕੇ ਮਿਲ ਜਾਊਗਾ। ਮੰਜ਼ਿਲ ਜਿਹੜੀ ਸਾਡੀ ਆ ਉਹ ਇਲਮ ਦੇ ਵਿੱਚ। ਇਲਮ ਕੀ ਆ? ਮੰਜ਼ਿਲ ਨਹੀਂ ਹੈ, ਇੱਕ ਰਸਤਾ। ਕਿ ਜਦੋਂ ਅਸੀਂ ਇਲਮ ਹਾਸਿਲ ਕਰਦੇ ਹਾਂ, ਇਲਮ ਕੀ ਹੈ? ਇੱਕ ਰਸਤਾ ਵਾ, ਮੰਜ਼ਿਲ। ਇਹਦੀ ਮੰਜ਼ਿਲ ਜਿਹੜੀ ਆ ਉਹ ਇਲਮ ਤੋਂ ਅੱਗੇ ਹੈ। ਉਹ ਕਿਹੜੀ ਆ? ਇਲਮ ਨੇ ਜਿੱਥੇ ਤੱਕ ਇਹਨੂੰ ਚਲਾ ਕੇ ਜਿਸ ਮੰਜ਼ਿਲ ਤੱਕ ਆ ਕੇ ਪਹੁੰਚਾਉਣਾ। ਉਸ ਮੰਜ਼ਿਲ ਦੀ ਨਿਸ਼ਾਨਦੇਹੀ ਜਿਹੜੀ ਆ ਉਹ ਇਲਮ ਨੇ ਨਹੀਂ ਕਰਾਉਣੀ, ਉਹ ਨਿਸ਼ਾਨਦੇਹੀ ਕਿਸੇ ਕਾਮਲ ਨੇ ਕਰਾਉਣੀ ਹੈ। ਤੇ ਚੱਲਣਾ ਉਹਦੇ ਉੱਤੇ ਵੀ ਇਹਨੇ ਆਪਣੇ ਇਲਮ ਦੇ ਨਾਲ। ਇਲਮ ਹਾਸਿਲ ਕਰਨਾ ਪਊਗਾ। ਇਹ ਤਾਂ ਨਹੀਂ ਕਿ ਇਲਮ ਛੱਡ ਦੇਣਾ, ਬਿਲਕੁਲ ਜਾਹਲ ਤਾਂ ਨਹੀਂ ਬਣਨਾ। ਤੇ ਜਦੋਂ ਰਸਤੇ ਦੇ ਵਾਕਫ ਹੋ ਗਿਆ ਫਿਰ ਇਲਮ ਤਾਂ ਆਪੇ ਹੀ ਆ ਗਿਆ। ਜਿਹੜਾ ਇਲਮ ਇਹਨੂੰ ਬਾਹਰੋਂ ਨਹੀਂ ਸੀ ਮਿਲਦਾ ਕਿਤੇ, ਉਹ ਜਿਸ ਵੇਲੇ ਮਿਲਿਆ ਤੇ ਫਿਰ ਸਭ ਤੋਂ ਵੱਡਾ ਤਾਂ ਆਲਮ ਇਹ ਹੋ ਗਿਆ। ਤੇ ਫਿਰ ਜਿਹਨਾਂ ਨੂੰ ਇਲਮ ਹਾਸਿਲ ਕੀਤਾ ਲੇਕਿਨ ਇਲਮ ਦੇ ਨਾਲ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚ ਸਕੇ, ਕਿ ਆਪਣੇ ਮੌਲਾਨਾ ਰੂਮ ਸਾਹਿਬ 360 ਆਲਮਾਂ ਦੇ ਉਸਤਾਦ ਹੋ ਕੇ ਫਿਰ ਵੀ ਕਹਿਣਾ ਪੈ ਗਿਆ ਮੌਲਵੀ ਹਰਗਜ਼ ਨਾ ਸ਼ੁੱਧ ਮੌਲਾਨਾ ਹੈ ਤਾ ਗੁਲਾਮੀ ਹੈ ਸ਼ਮਸ ਤਬਰੇਜ਼ੀ ਨਾ ਸ਼ੁੱਧ। ਕਿ ਇੰਨੀਆਂ ਕਿਤਾਬਾਂ ਲਿਖ ਕੇ ਇੰਨਾ ਕੁਛ ਕਰਕੇ ਫਿਰ ਵੀ ਅਖੀਰ ਉਹਨਾਂ ਨੂੰ ਫਿਰ ਕਹਿਣਾ ਪੈ ਗਿਆ ਹੈ ਕਿ ਤਾ ਗੁਲਾਮੀ ਹੈ ਸ਼ਮਸ ਤਬਰੇਜ਼ੀ ਨਾ ਸ਼ੁੱਧ। ਕਿ ਜਿੰਨੀ ਦੇਰ ਸ਼ਮਸ ਤਬਰੇਜ਼ੀ ਦੀ ਗੁਲਾਮੀ 'ਚ ਨਹੀਂ ਆਇਆ ਉਹਨਾਂ ਚਿਰ ਮੰਜ਼ਿਲ ਨਹੀਂ। फिर मंजिल की गर तलाश है तो किसी रहनुमा को मंजिल मिली उन्हें जिन्हें रहनुमा। तो फिर अपने को कोशिश करनी चाहिए कि आप इबादत करते हैं, रियाजत करते हैं, दिन रात मेहनत करते हैं, पर किसी साड़ी ये किसी काम आ जाए, किसी साढ़े पल्ले पै जाए, ये ना हो कि बेसूद ना हो कि एक काम करी जाने सवेर तो शाम तक करके तो मुड़ के वो दिहाड़ी ना मिले तो उस काम करने का फायदा कि जी उजरत ही नहीं। तो फिर फायदा तो उसे होता जिसकी उजरत इनू मिले। तो फिर इस चीज़ की निशानदेही करे, निशानदेही करके फिर मेहनत करे। जो मेहनत करूँगा फिर इनू उजरत मिलूगी। जी उजरत मिलनी है वो भी इस दुनिया की उजरत नालों निराली है। पर कदों जदों इनू निशानदेही होगी। हुण असीं अकल दे नाल करदे हां, इलम दे नाल करदे हां, ते फिर इलम दे नाल तां इत्थे बैठे रहना हो। जिथे बैठे हैं तो आसन मारे क्या हुआ जन मिटी ना मन की आस,
तेली कबीरा बैल जूं घर में कोस 50। कि फिर आसन मार के बैठे हैं तो फिर मन की प्यास ही पूरी नहीं हुई तो उसका की फायदा। कि तेली कबीरा बैल जूं घर में कोस 50। कि वो तेली का बैल होंदा वा कोल्हू के नाल उहनूं जोड़िया हुंदा, वो सवेर तो शाम तक कोल्हू के आसे पासे गड़े कढ़ी जाता तो शाम को कहता जी मैं 50 मील सफ़र किया, 50 को सफ़र कराया तो किसी ने मनना, वो कहते तू तो घरों भी बाहर निकलिया। तो फिर रहनुमाई तो बगैर, मंजिल तो बगैर, पता होने तो बगैर साड़ी इबादत इदा ही है जिदा वो तेली का बैल आ कोल्हू के नाल जुड़िया हुआ, वो सवेर तो शाम तक उत्थे गेड़ा कढ़ी जाता वा, वो सफ़र उन्ना ही है। लोग आई जाते वो तेल कढ़ा के लोग ले जाते हैं, सरों पाई जाते हैं, तेल कढ़ाई जाते हैं तो ले जाते हैं, पर वो बैल जिहड़ा वो घर का घर जी उत्थे गेड़े कढ़ी जाता। तो फिर दाने कहते कि गौर करके तो तू भी उही बैल तो नहीं हैगा कि जिथे तू गेड़े कढ़ी जाना एको थां दे उत्ते नहीं, एक इदा गेड़े कढ़ना तेरा सफ़र नहीं मुकना। सफ़र तेरा उदों मुकना वा जदों इदा तू सीधा चलेगा। तो फिर सानू ये आ कि अज असी इलम दे नाल वो कोल्हू के नाल जुड़े हुए हैं, वो दिन रात उत्थे गेड़े कढ़ी जाते हैं, चली जाते हैं तो बड़े खुश होंगे। वो साडे अखां नूं खोपे लगे आ, खोपे ला के गेड़े कढ़ी जाते हैं। हुण बैल नूं अखां नूं खोपे ला के जोड़ी जो उन्होंने की पता कि आसे पासे की है, तो जिस वेले वो खोपे उतरे होणगे मंजिल अपनी तय करूँगा, फिर इन्हूं पता होगा मैं किस मंजिल पर पहुँचना। हुण ये जिहड़ियां चीज़ां वा कि इन्हां ये कदों मिलदियां वा जदों गौर करिए। इलम पढ़ी जो दिन तो सवेर तो शाम लाके शाम तक, तो नमाज़ा पढ़ी जो सुबह तो लाके शाम तक। नमाज पढ़ ली ठीक है, सवाब हो गया जी, हो गया सवाब की हद तक तो ठीक है। रोज़ा रखिया सवाब होया ठीक है, हज किया सवाब होया, ज़कात दी है सवाब होया, कुरान पाक पढ़िया, अलिफ लाम मीम पढ़िया, एक लफ्ज़ के बदले 10 नेकियां मिल गई, 2 लफ्ज़ पढ़े 20 हो गई, 3 लफ्ज़ पढ़े 30 हो गई। नेकियां तो लग गया ढेर। हुण नेकियां इन्नियां सारियां इकट्ठियां हो गई, हुण नेकियां नूं वरतण दा पता ही नहीं कि वरत कित्थे होनी। पैसिਆਂ ਦਾ ढेर ला दिओ सदाई दे कोल, कमले दे कोल, कमले दीवाने दे कोल पैसिਆਂ ਦਾ ढेर ला के उन्होंने बोले भी वरत ला के उन्हें की कर लेना, या वो तीली ला के अग सेक लू या चुक के उड़ा दू। उन्होंने तो उसकी कदर का ही नहीं पता, इसकी कदर की है। कदर का पता उन्होंने जिहड़ा पैसे की कदर नहीं जानता। हीरे की पछाण जवारी ने करनी है, दूसरे बंदे ने पछाण नहीं जट की करनी। तो फिर यह आ कि इलम जिहड़ा हासिल करके असी सवाब इकट्ठा कर लिया, सवाब इकट्ठा करके उन्होंने वरता करना, ਉਹਦਾ ਵਰਤਾਅ ਜਿਹੜਾ ਹੋਣਾ ਵਾ ਉਹ ਹੁਣ ਸਾਨੂੰ नहीं पता, ਉਹਦੇ ਵਾਸਤੇ ਫਿਰ ਰਹਿਨੁਮਾਈ ਦੀ ਜ਼ਰੂਰਤ ਆ। ਇਹ ਤਾਂ ਸਵਾਬ ਤਾਂ ਇਹ ਆ ਕਿ 3 ਸਾਲ ਲੈ ਕੇ ਪਾਣੀ ਪੀਓ ਤਾਂ ਸਵਾਬ ਹੋ ਗਿਆ, ਤੁਰੇ ਜਾਂਦੇ ਬੰਦੇ ਨੂੰ ਸਲਾਮ ਕਰ ਦਿਓ ਤੇ ਸਵਾਬ ਹੋ ਗਿਆ, ਉਹਦਾ ਜਵਾਬ ਦੇ ਦਿਓ ਤੇ ਸਵਾਬ ਹੋ ਗਿਆ। ਤਾਂ ਸਵਾਬ ਇਕੱਠਾ ਕਰਨਾ ਕਿਹੜਾ ਸਵੇਰ ਤੋਂ ਸ਼ਾਮ ਤੱਕ ਜਿੰਨਾ ਮਰਜ਼ੀ ਕਰ ਲਓ, ਪਰ ਉਹਨੂੰ ਕਰਾਂਗੇ ਕੀ ਰੱਖ ਕੇ, ਉਹਨੂੰ ਖਰਚ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਕਿ ਮੇਰੇ ਕੋਲ ਇੰਨੇ ਪੈਸੇ ਆ ਗਏ, ਉਹਨੂੰ ਮੈਂ ਖਰਚ ਕਿੱਥੇ ਕਰਨੇ। वो खर्च करने का तरीका फिर वो रहनुमा तो बगैर नहीं मिलना। फिर किसी को रहनुमाई लवे कि मेरे को इन्ने का स्वाब इकट्ठा हो गया तो मैं हूँ की लवांगा, तो फिर जो पता लग जूगा यदा फुल की है, यदा खरीददारी की मैं करनी है, तो फिर जिस वेले खरीददारी करूँगा फिर उसको पता भी होगा वो खरीददारी के काम भी आऊगी। तो उदा नहीं तो फिर पैसे या हवा च उड़ जाएंगे या किसी को कुछ भी नहीं होना। फिर स्वाब कुरान पाक नूं पढ़ना हुंदा वा, पर बहुता काम उदों उन्हें आना साढ़े जो कुरान पाक नूं तुसीं समझो। फिर किताब आ, किताब नूं समझण दा हुक्म आया वा, पढ़ण दा हुक्म भी आया, लेकिन नाल समझण दा आया कि इस कुरान नूं तुसीं ठहर ठहर के और समझ के पढ़ो। वो साढ़े हदलिल मुत्तकीन कि वो की आ हदायत दा कहना वास्ते मुत्तकी लोगों वास्ते। फिर कुरान पाक एक अल्लाह दी किताब आ, उन्होंने पढ़ना वा, उन्होंने पढ़न वास्ते मुत्तकी बनना जरूरी है। अगर मुत्तकी नहीं तो फिर कुरान पाक ने तुहानूं राह नहीं देना। हदल्लल मुत्तकीन कि ये हदायत है मुत्तकी लोगों के लिए, तो फिर मुत्तकी लोगों वास्ते कुरान पाक हदायत है, आम बंदे वास्ते हदायत है। तो फिर कुरान पाक नूं पढ़न वास्ते पहलों मुत्तकी बनना जरूरी है। फिर देखिए क्या मुत्तकी असीं बन गए हैं। मुत्तकी हुंदा कौन, कहंदे किहनूं, उहदी निशानी की आ, उहदा काम की है। फिर मुत्तकी लोगों की पहलों पछाण तां करे। जिस वेले मुत्तकी लोगों की पछाण करूगा फिर ये मुत्तकी होगा। फिर कुरान पाक ने इहनूं रस्ता फेर देना। एक किताब आ कुरान पाक, उन्होंने फायदा लैण वास्ते, हदायत लैण वास्ते मुत्तकी होना जरूरी है। तो फिर जो नमाज पढ़ते क्या वो वास्ते मुत्तकी होना जरूरी नहीं, रोज़ा रखते वो वास्ते मुत्तकी होना जरूरी नहीं,
हज करते हैं, ज़कात देते हैं, कुर्बानी करते हैं, जो भी असी काम अमल करते हैं, क्या उन्होंने वास्ते फिर मुतकी होना जरूरी नहीं? फिर उन्होंने वास्ते भी एक कुराने पाक वास्ते मुतकी होना जरूरी है, उन्हें समझण वास्ते। तो फिर जी बाकी इबादत करते हैं उन्होंने भी समझण वास्ते मुतकी होना जरूरी है। वो फिर मुतकी लोगों की पछाण करनी, वो भी मुतकी होंदे कौन? असी हर नमाज दे विच असी दुआ मंगते हैं कि देखो कि नमाज पढ़ते जिस वेले उस वेले सूरत कोई भी पढ़ लो, कोई डर नहीं, रुकू पढ़ लो, सूरा पढ़ लो, लेकिन अलहम शरीफ तो बगैर कोई भी नमाज नहीं। हर रकात दे विच अलहम शरीफ पढ़नी है। अलहम शरीफ दे विच असी की दुआ मंगते? अलहम शरीफ सूरत फातिहा की है, एक दुआ ही है ना। ਉਹਦੇ ਵਿੱਚ ਅਸੀਂ ਕੀ ਮੰਗਦੇ ਹਾਂ? ਆਪਣਾ ਸਿਰਾਤ ਅੱਲਾ ਜ਼ੀਨਾ ਅਨਅਮਤਾ ਅਲੈਹ, ਕਿ ਐ ਅੱਲਾ ਮੈਨੂੰ ਸਿੱਧੇ ਰਸਤੇ 'ਤੇ ਚਲਾ। ਕਿਹੜੇ ਰਸਤੇ 'ਤੇ? ਜਿਹਦੇ ਉੱਤੇ ਤੂੰ ਆਪਣੇ ਇਨਾਮ ਯਾਫਤਾ ਲੋਕ। ਤੇ ਇਨਾਮ ਯਾਫਤਾ ਲੋਕ ਕੌਣ ਆ? ਜਿਹੜੇ ਮੁਤਕੀ ਲੋਕ। ਤੇ ਫਿਰ ਉਹ ਪਛਾਣ ਕਰਨੀ ਪਊ ਕਿ ਅਸੀਂ ਨਮਾਜ਼ ਹਰ ਰਕਾਤ ਦੇ ਵਿੱਚ ਅਸੀਂ ਇਹ ਦੁਆ ਮੰਗਦੇ ਹਾਂ ਕਿ ਐ ਅੱਲਾ ਮੈਨੂੰ ਸਿੱਧੇ ਰਸਤੇ 'ਤੇ ਚਲਾ, ਕਿਹੜੇ ਰਸਤੇ 'ਤੇ? ਜਿਹਦੇ ਉੱਤੇ ਤੂੰ ਆਪਣੇ ਇਨਾਮ ਯਾਫਤਾ ਲੋਕ। फिर दुनिया के इनाम याफ्ता लोग जिहड़े आ उही जिहड़े मुतकी लोग व अकीम सलाता व आतु ज़काता वरकाऊ मअर राकिईन। जिहड़ी जगह जगह के उत्ते बयान आए आ, एक बारी नहीं, दो बारी नहीं, बहुत बारी आए आ कि व अकीम सलाता के कायम करो नमाज को, व आतु ज़काता और दो ज़कात, वरकाऊ मअर राकिईन के झुक जाओ झुकने वालों के साथ। जी जमा का लफज आया वा, सीगा जड़ा वा जमा का वा, वाहद का नहीं। झुकने वाले के साथ नहीं, झुकने वालों के साथ। तो फिर झुकने वालों के साथ झुकना पऊगा। तो वो फिर जरूरी हो गया कि नमाज नूं अगर कायम करना, अगर ज़कात देनी आ तो कलिया ना करी, पहलों किसी दे विच जाके रल जा, झुकण वाले दे नाल रल जा, जाके उस जमात दे विच शामिल हो जा। ਜਦੋਂ ਤੂੰ ਉਸ ਜਮਾਤ ਦੇ ਵਿੱਚ ਸ਼ਾਮਲ ਹੋਏਗਾ ਫਿਰ ਉਹਨਾਂ ਦੇ ਨਾਲ ਰਲ ਕੇ ਝੁਕੀ। ਉਹ ਕਿਉਂ? ਕਿ ਉਹਨਾਂ ਨੂੰ ਪਤਾ ਕਿ ਝੁਕਣਾ ਕਿੱਦਾਂ ਤੇ ਝੁਕਣਾ ਕਿਉਂ ਆ। ਉਹ ਤੈਨੂੰ ਫਿਰ ਹਦਾਇਤ ਦੇਣਗੇ, ਝੁਕਣ ਦਾ ਤਰੀਕਾ ਦੱਸਣਗੇ। ਉਸ ਤਰੀਕੇ ਦੇ ਮੁਤਾਬਕ ਹੋ ਕੇ ਝੁਕੀ, ਫਿਰ ਤੇਰੀ ਨਮਾਜ਼ ਵੀ ਕਾਇਮ ਹੋ ਜੂਗੀ, ਤੇਰੀ ज़कात ਵੀ ਹੋ ਜੂਗੀ। ਤੇ ਜੇ ਆਪਣੇ ਆਪ ਇਕੱਲਾ ਬੈਠ ਕੇ ਝੁਕੇਗਾ ਤੇ ਉਹ ਤੇਰੀ ਨਾ ਨਮਾਜ਼ ਕਾਇਮ ਹੋਣੀ ਆ ਤੇ ਨਾ ਤੇਰੀ ज़कात ਹੋਣੀ। तो फिर इत्थे आके ज़ात ने तो कुराने पाक दे विच जगह जगह के उत्ते, बल्कि हजूर दी हदीसां दे विच कि हुण साडे वास्ते सब तो बहुत बिरता जिहड़ी आ कुराने पाक आ ते हजूर दी फरमान। हुण उन्हां दोनां नूं असीं सामने रखीए, बाकी असीं छड्ड दईए। लेकिन बहुत बिरता बजुर्गां ने दीन दे कौल भी साडे ने, लेकिन उन्हां नूं एक पासे करके असीं सिर्फ कुरान और हदीस नूं देखीए ते ओहदे विच भी हुक्म यही आउंदा। बार बार तुहानूं हुक्म की आ गया होया वा कि तुसीं कल्लिया कुछ ना करियो, पहलों किसी को रस्ता पुछ लियो, रहनमाई लै लियो। तो जे कल्लिया ही सारा कुछ लभ जाता फिर नबी पैगंबर भेजण की किहड़ी जरूरत सी? तो फिर नबी पैगंबर ना आउंदे, ज़ात आपे डायरैक्ट भेजी जाता सारा कुछ। तो लेकिन की आ कि समझण वास्ते भी अपने नबी भेजे, पैगंबर भेजे। उन्होंने आके मुख्तलिफ इलाकों मुख्तलिफ जगह से मुख्तलिफ दौर के आके उन्होंने फिर की कीता? उन्होंने फिर हदायत दी। वही हदायत जिहड़ी सी फिर हजूर ने आके किहड़ा कोई नवीं हदायत दे दी, लेकिन वही हदायत जिहड़ी उन्होंने दी सी वो लोगों ने अमल नहीं किया, भुल गए हुए सी। हजूर ने आके उसे हदायत नूं दोबारा जिंदा कर दिता, जिंदा करके फिर साडे तिकर नमूना बन के साडे तिकर पहुँचाती। हुण जिस वेले साडे तिकर पहुँचाई आ, हुण साडा काम आ कि जिहड़ी सानूं साडे नबी दे कोलों हदायत मिली आ उस हदायत नूं सिर्फ ऐसे काम च ना रहिए अल्लाह 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 सवेर तो शाम तक तस्बीह करी जाइए। वो तस्बीह करने का की फायदा जे अल्लाह को पता ही ना हो, अल्लाह भावें कोल खड़ा हो। कि जिहदा नाम पुकारते हैं, जिहदा नाम लैंदे हैं सवेर तो लग के शाम तक, एक बंदे नूं सादे हैं, मास्टर उन्होंने आवाज़ा देने हैं सवेर तो लग के शाम तक, किसी टाइम जे तुहाडे कोल आ जाण तुसीं मास्टर उन्होंने जाणदे ही नहीं, ये कोल खड़े होणगे ते तुसीं मास्टर उन्होंने आवाज़ा दे जाओ ते इन्हां ने हसना। तो जब मैं कोल खड़ा हुआ फिर भी उची उची रौली पाउण लगा है। तो फिर नहीं, फिर जिहनूं पुकारना वा उहदी पहचान करनी जरूरी है। उहदी पहचान करांगे तो फिर उहनूं पुकारीए पहचान करके। फिर जदों वो साडे कोल आ जाऊगा तो सानूं पता लग जाऊगा कि लै आ अल्लाह आ सी जिहदा नाम है ला इलाहा इल्लल्लाह मुहम्मद रसूलुल्लाह।
कि गवाही दे दिंदा अशहदु अल्ला इलाहा इल्लल्लाह। ਜਦੋਂ ਇਹ ਗਵਾਹੀ ਦੇ ਦਿੰਦਾ ਤੇ ਫਿਰ ਗਵਾਹੀ ਜਿਹੜੀ ਆ ਉਹ ਤਾਂ ਫਿਰ ਦੇਖ ਕੇ ਸਮਝ ਕੇ ਫੇਰ ਹੁੰਦੀ ਆ, ਵੈਸੇ ਤਾਂ ਹੁੰਦੀ ਨਹੀਂ। ਤੇ ਫਿਰ ਇਹਨੇ ਜਦ ਗਵਾਹੀ ਦੇਤੀ ਅਸ਼ਹਦੁ ਲਾ ਇਲਾਹਾ ਇल्लल्लाह ਕਿਹਾ, ਇਹਦੇ ਵਾਸਤੇ ਜ਼ਰੂਰੀ ਹੋ ਗਿਆ ਕਿ ਪਹਿਲਾਂ ਸਮਝੇ ਕਿ ਮੈਂ ਗਵਾਹੀ ਕਿਹਦੀ ਦੇ ਰਿਹਾ। ਉਸ ਗਵਾਹੀ ਜਿਹੜੀ ਦੇਣੀ ਆ ਪਹਿਲਾਂ ਗਵਾਹ ਬਣਾਵੇ ਤਾਂ ਸਹੀ, ਪਹਿਲਾਂ ਗਵਾਹ ਬਣੇ ਤਾਂ ਸਹੀ, ਬਣ ਕੇ ਫੇਰ ਗਵਾਹੀ ਦੇਵੇ, ਫੇਰ ਕਹੇ ਅਸ਼ਹਦੁ ਲਾ ਇਲਾਹਾ ਇल्लल्लाह। ਫਿਰ ਤਾਂ ਇਹਦੇ ਉਹ ਕਲਮਾ ਵੀ ਕਿਸੇ ਦੇਖੇ ਲੱਗਾ ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह ਸਵੇਰ ਤੋਂ ਲਾ ਕੇ ਸ਼ਾਮ ਤੱਕ ਪੜ੍ਹੀ ਜਾਂਦਾ, ਲੇਕਿਨ ਜੀ ਇਹਦੇ ਮਤਲਬ ਦਾ ਹੀ ਨਹੀਂ ਪਤਾ, ਇਹਦੇ ਤਰੀਕੇ ਦਾ ਨਹੀਂ ਪਤਾ, ਤੇ ਫਿਰ ਕੀ ਫਾਇਦਾ ਹੋਇਆ ਪੜ੍ਹਨ ਦਾ। ਲਾ ਇਲਾਹਾ ਦੀਆਂ ਜ਼ਰਬਾਂ ਦੇ ਦੇ ਭਾਵੇਂ ਚੋ ਪਵੇ ਪਸੀਨਾ, ਕਹੇ ਗੁਲਾਮ ਫਰੀਦ ਬਿਨ ਗੁਰ ਕਾਮਲ ਸਾਲਕ ਸਮਝ ਨਵੇਂ ਸੱਚ ਸੱਚ। ਤੇ ਫਿਰ ਦਾਨਿਆਂ ਨੇ ਤੇ ਜਗ੍ਹਾ ਜਗ੍ਹਾ ਦੇ ਉੱਤੇ ਫਿਰ ਇਹ ਕਹਿਤਾ ਹੋਇਆ ਕਿ ਵੀ ਸਾਲ ਬਿਨ ਗੁਰ ਕਾਮਲ ਸਾਲਕ ਸਮਝ ਨਵੇਂ, ਤੇ ਫਿਰ ਸਾਲਕ ਜਿਹੜਾ ਵਾ ਬਿਨ ਗੁਰ ਕਾਮਲ ਨਬੀਨਾ ਮਨ ਖਾਨਾ ਵੀ ਹਾਜ਼ੇ ਹੀ ਆਵਾ ਵਾ ਹੋਵਾ फिर आखिरात आम। कुरान पाक च आ गया कि जो इस दुनिया में अंधे हैं वो आखिरत में भी अंधे होंगे बल्कि ज़्यादा गुमराह होंगे। ਹੁਣ ਦੁਨੀਆ ਤੇ ਅੰਨੇ ਜਿਹੜੇ ਆ ਉਹ ਕਿਆ ਅੱਖਾਂ ਤੋਂ ਜਿਹੜੇ ਅੰਨੇ ਆ ਉਹਨਾਂ ਦੀ ਗੱਲ ਕੀਤੀ ਹੈ? ਨਹੀਂ, ਉਹ ਅੰਨੇ ਆ ਕਿ ਜਿਨ੍ਹਾਂ ਨੇ ਇਲਮ ਹਾਸਲ ਕੀਤਾ ਲੇਕਿਨ ਇਲਮ ਹਾਸਲ ਕਰਕੇ ਇਲਮ ਨੂੰ ਸਮਝਿਆ ਨਹੀਂ। ਇਲਮ ਹਾਸਲ ਕਰਕੇ ਇਲਮ ਨੂੰ ਸਮਝਿਆ ਜਿਸ ਵੇਲੇ ਫਿਰ ਉਹ ਦੇਖਣ ਵਾਲੇ ਬਣ ਗਏ। ਜਦੋਂ ਸੁਜਾਕੇ ਬਣ ਗਏ ਤੇ ਫਿਰ ਉਹਨਾਂ ਨੇ ਦੇਖ ਕੇ ਜਦੋਂ ਇਬਾਦਤ ਕੀਤੀ ਆ, ਫਿਰ ਉਹ ਆਖਰਤ ਵਾਲੇ ਦਿਨ ਅੱਖਾਂ ਵਾਲੇ ਉੱਠਣਗੇ। ਜਿਨ੍ਹਾਂ ਨੇ ਹਨੇਰੇ ਦੇ ਵਿੱਚ ਹੀ ਤੀਰ ਚਲਾਏ ਉਹ ਅੱਗੇ ਜਾ ਕੇ ਵੀ ਉਹ ਹਨੇਰੇ 'ਚ ਚਲਾਉਣਗੇ, ਉਹ ਅੰਨੇ ਹੀ ਹੋਣਗੇ। कि कुरान पाक कह रहा वा, किसी और बंदे का कहना नहीं है, अल्लाह का कहना कि जो इस दुनिया में अंधे हैं वो आखिरत में भी अंधे होंगे बल्कि ज़्यादा गुमराह होंगे। तो ये वास्ते भी सानू जरूरत आ कि किसी गुर कामल तो यदी पहचान करके फिर असी अल्लाह भी कहना वा तो सोच के कहांगे। जे मुहम्मद रसूलुल्लाह कहने आ तो फिर समझ के कहिए, जे अशहदु ला इलाहा इल्लल्लाह कहने आ तो समझ के कहिए, जे अल्लाह अकबर कहने आ तो समझ के अल्लाह अकबर कहिए। मस्जिद के 5 टाइम अजान होती, असीं सुनते अल्लाह अकबर, असीं सुनते हैं एक कान जो सुनी दूसरे दिन पढ़ दी हैया अल सलाह हैया अल सलाह हैया अल फलाह, एक कान जो सुनी दूसरे कान से पढ़ दी। वो जिहड़ा पैगाम मिल लिया उस पैगाम के उत्ते अजान की एक पैगाम, उस पैगाम के उत्ते तो गौर करिए सानू पैगाम की मिल रहा कि वो जिहड़ा पैगाम मिल रहा उहदे उत्ते गौर करिए कि अल्लाह तो बड़ा है ही है यार। फिर नाल अशहदु ला इलाहा इल्लल्लाह वा ते फिर की आ कि ये साडे वास्ते एक रस्ता वा। अगर तुसीं अपने आप नूं सीधे रस्ते ते चलाउणा फिर सानू अल्लाह अकबर कहना पऊ, अल्लाह ते यकीन करना पऊगा। अल्लाह ते यकीन करके फिर नाल ही दूसरे अल्फाज की अशहदु ला इलाहा इल्लल्लाह। फिर जे किसी रस्ते ते पहुँचना वा ना पहलों अल्लाह ते यकीन करना पऊगा, फिर गवाही जिहड़ी अशहदु ला इलाहा दी देनी पऊगी। जदों फिर अल्लाह नूं पुकारन वास्ते अशहदु ला इलाहा दी गवाही दिती, फिर की आ गया हैया अल सलाह। फिर की आ कि नमाज थोड़ी कायम हो गई। फिर नमाज दा जिहड़े लुबे लबाब इहदे विचों निकलदा कि दोनों अजान दे जिहड़े पहले अल्फाज आ उन्हां दे विच ही पूरी नमाज जिहड़ी आ कायम हो जाती है। कि जे नमाज कायम करनी है तो फिर की करो, अल्लाह ते यकीन करके मुहम्मद की गवाही दे दिओ। फिर हैया अल सलाह, फिर जदों हैया अल सलाह हो गई कि नमाज आलू आ गया, नमाज की हो गई यदि जदों नमाज हो गई फिर हैया अल फलाह। फलाह फिर है जवाब, फलाह फिर मिलनी है, उदा फलाह नहीं मिलनी हैगी। फलाह का रस्ता की आ अल्लाह ते यकीन ते उहदे नबी दी गवाही। अल्लाह ते यकीन होवे, उहदे नबी दी गवाही होवे ते थोड़ी नमाज हो गई। जदों नमाज हो गई तो तुसीं फलाह वाले पासे नूं आ गए। ते जदों फिर फलाह वाले पासे नूं आ गए तो फिर की कहता, फिर खुश होकर कहता कि लै भी आखिर ते जाके अशहदु ला इलाहा इल्लल्लाह। हाँ जी, फिर आखिर ते जाके फिर जिस वसीले दे नाल क्योंकि अल्लाह की गवाही जी सी हजूर की गवाही, अल्लाह का नाम लिया तो हजूर की गवाही जी भी शामिल रखी। जो हजूर को वसीला बनाया फिर अल्लाह को पहुँचया तो यदी नमाज हुई। जो नमाज हुई तो फलाह वाले पासे आ गया। जो फलाह वाले पासे आ गया तो फिर की आखिर से जाके फिर हजूर के होने की गवाही फिर दे दी
कि ਉਹਦਾ मैं शुक्र अदा करदा कि ਇਹਦੇ वसीले नाल मैं ये निजात पाई। फिर अजान भी साढ़े वास्ते अगर गौर करिए अल्फाज नहीं कि ਉਹ ਦਾਨਿਆਂ ਨੇ ਜਿਹੜੇ अल्फाज उस ਵੇਲੇ ਬਣਾਏ ਆ ਦੇ दौर 'ਚ अजान कही गई ਆ ਉਹ ਸਾਹਬਾ ਕਰਾਮ ਦੇ ਮਸ਼ਵਰੇ ਦੇ ਨਾਲ अल्फाज ਬਣੇ ਆ। ਵਰਨਾ ਪਹਿਲੇ ਜ਼ਮਾਨੇ 'ਚ ਤਾਂ ਕੋਈ ਡੱਫ ਵਜਾਉਂਦਾ ਸੀ ਜਦੋਂ ਇਬਾਦਤ ਲਈ ਇਕੱਠੇ ਕਰਦੇ ਸੀ, ਕੋਈ ਢੋਲ ਵਜਾਉਂਦਾ ਸੀ, ਕੋਈ ਬਾਜੇ ਵਜਾਉਂਦੇ ਸੀ। ਯਹੂਦੀ ਜਿਹੜੇ ਜਾਂ ਕਾਫਰ ਸੀ ਉਹ ਜਦੋਂ ਲੋਕਾਂ ਨੂੰ ਇਕੱਠਿਆ ਕਰਨਾ ਹੁੰਦਾ ਸੀ ਇੱਦਾਂ ਦੇ ਤਰੀਕੇ ਰਾਜ ਸੀ। ਅਤੇ ਫਿਰ ਹਜ਼ੂਰ ਦੇ ਮੰਨਣ ਵਾਲਿਆਂ ਨੇ ਫਰਜ਼ ਕੀਤੀ ਕਿ ਯਾ ਰਸੂਲੁੱਲਾਹ ਕਿ ਇੱਦਾਂ ਦਾ ਤਰੀਕਾ ਹੋਣਾ ਚਾਹੀਦਾ ਕਿ ਆਪਾਂ ਲੋਕਾਂ ਨੂੰ ਇਹ ਜਦੋਂ ਆਪਣੇ ਅੰਦਰ ਬੁਲਾਉਣਾ ਵਾ ਆਵਾਜ਼ ਕਿੱਦਾਂ ਦੇਈਏ। ਉਹ ਫਿਰ ਮਸ਼ਵਰੇ ਦੇ ਨਾਲ ਜਦੋਂ ਜਿਹੜੇ ਇਹ ਗਈ ਫਿਰ ਹਜ਼ੂਰ ਦਾ ਤਾਂ ਇੱਕ ਇੱਕ ਲਫ਼ਜ਼ ਇੱਕ ਇੱਕ ਵਕਤ ਜਿਹੜਾ ਵਾ ਉਹਦੇ ਵਿੱਚ ਦਰਾਈ ਸਾਹਬਾ ਇਕਰਾਮ ਦਾ ਇੱਕ ਇੱਕ ਕੌਲ ਔਰ ਇੱਕ ਇੱਕ ਫੇਲ ਜਿਹੜੀ ਆ ਉਹ ਹਿਕਮਤ ਦੇ ਨਾਲ ਭਰਿਆ ਹੋਇਆ। ਅਤੇ ਫਿਰ ਜਿਹੜੇ ਅਜ਼ਾਨ ਦੇ ਅਲਫਾਜ਼ ਬਣਾਏ ਕੀ ਯਾਨੀ ਕਿ ਇਕੱਠੇ ਕੀਤੇ ਬਣੇ ਤਾਂ ਪਹਿਲੋਂ ਹੀ ਸੀ। ਅਤੇ ਲੇਕਿਨ ਉਹਨਾਂ ਨੂੰ ਜਿਹੜੀ ਤਰਤੀਬ ਦਿੱਤੀ ਉਹਦੇ ਵਿੱਚ ਵੀ ਇੱਕ ਰਾਜ਼ ਰੱਖਿਆ। ਪਰ ਰਾਜ਼ ਰੱਖ ਕੇ ਕੀ ਕਹਿ ਲਿਆ ਹੁਣ ਜਿਹੜੇ ਸਮਝਣ ਵਾਲੇ ਹੋਣਗੇ ਉਹ ਇਸ ਪੈਗਾਮ ਨੂੰ ਲੈ ਕੇ ਤੋਂ ਹਦਾਇਤ ਪਾ ਜਾਣਗੇ। ਜਿਹੜੇ ਨਹੀਂ ਸਮਝਣ ਵਾਲੇ ਉਹ ਇਹੀ ਕਹਿਣਗੇ ਅਜ਼ਾਨ ਹੁੰਦੀ ਆ ਵੀ ਕੰਮ ਛੱਡ ਦਿਓ। ਵੱਧ ਤੋਂ ਵੱਧ ਇਹੀ ਕਹਿਣਗੇ ਕੰਮ ਛੱਡ ਦੇਣਗੇ। ਹੋਰ ਕੀ ਕਰਨਗੇ ਕਿ ਜੀ ਅਜ਼ਾਨ ਹੁੰਦੀ ਹੈ ਚਲੋ ਨਾਲ ਦਿਲ ਦੇ ਵਿੱਚ ਅਜ਼ਾਨ ਦੇਈਏ। ਹਜ਼ੂਰ ਦਾ ਨਾਮ ਆਊਗਾ ਚੁੱਪ ਕੇ ਅੱਖਾਂ ਨਾਲ ਲਾ ਲੈਣਗੇ। ਹੋਰ ਇਸ ਤੋਂ ਵੱਧ ਕੀ ਕਰਨਾ? ਹਦਾਇਤ ਤਾਂ ਕੋਈ ਨਹੀਂ ਪਾਈ ਉਹ 'ਚ, ਸਿਰਫ ਅਲਫਾਜ਼ ਸਮਝ ਕੇ ਉਹ ਆਪਣੇ ਉੱਤੋਂ ਦੀ ਗੁਜ਼ਾਰਦੇ। ਅਲਫਾਜ਼ ਸਮਝ ਕੇ ਆਪਣੇ ਉੱਤੋਂ ਨਹੀਂ ਗੁਜ਼ਾਰਦੇ, ਉਹਨਾਂ 'ਤੇ ਗੌਰ ਕਰਨਾ। ਫਿਰ ਹਰ ਫੇਲ ਹਰ ਕੌਲ ਜਿਹੜਾ ਵਾ ਇਹਦੇ ਵਿੱਚ ਕੋਈ ਨਾ ਕੋਈ ਹਿਕਮਤ। ਅਤੇ ਫਿਰ ਇੱਕ ਛੋਟੀ ਜਿਹੀ ਅਜ਼ਾਨ ਹੀ ਹੈ, ਅਜ਼ਾਨ ਦੇ ਵਿੱਚ ਏਡੀ ਵੱਡੀ ਹਿਕਮਤ ਹੈ। ਅਤੇ ਬਾਕੀ ਅਗਲੀਆਂ ਜਿਹੜੀਆਂ ਇਬਾਦਤਾਂ ਜਿਹੜੀਆਂ ਉਹਨਾਂ 'ਚ ਹਜ਼ੂਰ ਦੀ ਕਿੰਨੀ ਹਿਕਮਤ ਹੈ। ਫਿਰ ਵਜ਼ੂ ਕਰਦੇ ਹਾਂ ਉਹਦੇ ਵਿੱਚ ਕੋਈ ਹਿਕਮਤ ਹੈ ਕਿ ਵਜ਼ੂ ਤੋਂ ਬਗੈਰ ਅਸੀਂ ਇਬਾਦਤ ਨਹੀਂ ਕਰਦੇ। ਫਿਰ ਵਜ਼ੂ 'ਚ ਵੀ ਇੱਕ ਹਿਕਮਤ ਰੱਖੀ ਆ ਕਿ ਜੇ ਵਜ਼ੂ ਕਰਦੇ ਹਾਂ ਤਾਂ ਉਹਦੀ ਆਹ ਹਿਕਮਤ ਨੂੰ ਗੌਰ ਕਰੋ ਕਿ ਆਹ ਹੱਥ ਮੂੰਹ ਧੋ ਲਿਆ ਅਤੇ ਫਿਰ ਇਹ ਵਜ਼ੂ ਹੋ ਗਿਆ। ਉਹ ਡੇਢ ਕੁਵਾਲ ਜਿਸ ਤਰ੍ਹਾਂ ਕਵਾਲੀ ਜੀ ਅਕਸਰ ਉਹ ਕਹਿੰਦਾ ਵਾ ਕਿ 5 ਵੇਲੇ ਹੱਥ ਮੂੰਹ ਪੈਰ ਧੋਵੇਂ। ਤੈਨੂੰ ਕੀ ਲੱਗਿਆ ਜਿਹੜਾ ਲੈਂਦਾ ਹੀ ਨਹੀਂ? ਆ ਕੇ 5 ਵੇਲੇ ਲੱਗਾ ਇਹਨੂੰ ਧੋਣ, ਇਹਨੂੰ ਕਿਹੜੀ ਸ਼ੈ ਲੱਗੀ ਜਿਹੜੀ ਲੈਣ ਹੀ ਨਹੀਂ ਲੱਗੀ ਇਹਨੂੰ ਲਾਈ ਜਾਂਦਾ। ਨਹੀਂ ਫਿਰ ਕੁਛ ਲੱਗਾ ਹੋਇਆ ਵਾ। ਉਹ ਕੀ ਲੱਗਾ ਹੋਇਆ ਵਾ ਉਹ ਇੱਦਾਂ ਨਹੀਂ ਪਤਾ ਲੱਗਦਾ। ਉਹ ਕਿਸੇ ਰਾਜ਼ਦਾਨ ਕੋਲ ਜਾ ਕੇ ਪਤਾ ਲੱਗਣਾ ਇਹਨੂੰ ਲੱਗਾ ਕੀ ਹੋਇਆ। ਜੇ ਇਹਨੂੰ ਲਾਉਂਦਾ 5 ਦਿਨ ਆਪਣੇ ਨਾਲ ਜੇ ਤੋਂ ਜਾਨ ਛਡਾਉਂਦਾ ਉਹ ਫੇਰ ਨਹੀਂ ਜਾਨ ਛੱਡਦਾ, ਉਹ ਫੇਰ ਆ ਜਾਂਦਾ, ਫੇਰ ਜਾਨ ਛਡਾਉਂਦਾ ਉਹ ਫੇਰ ਆ ਜਾਂਦਾ। ਉਹ ਕਿਹੜੀ ਚੀਜ਼ ਇਹਨੂੰ ਲੱਗੀ ਆ ਜਿਹਨੂੰ ਲਾਉਣ ਲੱਗਾ ਹੋਇਆ ਵਾ 5 ਦਿਨ। ਫਿਰ ਯਾਨੀ ਕਿ ਇੱਕ ਵਜ਼ੂ ਅਜ਼ਾਨ ਤੋਂ ਬਾਅਦ ਫਿਰ ਕੀ ਅਸੀਂ ਵਜ਼ੂ ਕਰਦੇ ਹਾਂ, ਵਜ਼ੂ ਵਿੱਚ ਵੀ ਕੋਈ ਹਿਕਮਤ ਹੈ ਸੋਚੋ। ਅਤੇ ਫਿਰ ਇਸ ਤੋਂ ਬਾਅਦ ਫਿਰ ਅਸੀਂ ਨਮਾਜ਼ ਪੜ੍ਹਦੇ ਹਾਂ, ਉਹਦੇ ਵਿੱਚ ਵੀ ਕੋਈ ਹਿਕਮਤ ਹੈ। ਰੋਜ਼ਾ ਰੱਖਦੇ ਹਾਂ, ਹੱਜ ਕਰਦੇ ਹਾਂ, ਜ਼ੁਕਾਤ ਦਿੰਦੇ। ਹੱਜ ਕਿਆ ਇਸੇ ਚੀਜ਼ ਦਾ ਨਾਮ ਆ ਕਿ ਗਏ ਕਾਬੇ ਗਏ ਉੱਥੇ ਤਵਾਫ ਕੀਤਾ, ਸਫਾ ਮਰਵਾ ਫਿਰੇ ਜਾਂ ਮੈਦਾਨ ਅਰਫਾ 'ਚ ਗਏ ਕੁਰਬਾਨੀ ਕੀਤੀ ਅਤੇ ਘਰ ਆ ਗਿਆ। ਕਿ ਹੱਜ ਇਸੇ ਚੀਜ਼ ਦਾ ਨਾਮ। ਉੱਥੋਂ ਕੁਛ ਲੈਣ ਜਾਣਾ ਅਤੇ ਲੈਣ ਉੱਥੋਂ ਜਾਣਾ ਵਾ ਅਤੇ ਲੈਣ ਅੱਜ ਵੀ ਜਾਂਦੇ ਆ। ਪਰ ਜੋ ਲੈਣ ਜਾਣਾ ਉਹ ਨਹੀਂ ਲੈਂਦੇ, ਕੁਛ ਹੋਰ ਲੈ ਕੇ ਆਉਂਦੇ। ਯਾਨੀ ਜਿਹੜੇ ਸਮਝਦਾਰ ਆ ਉਹ ਕੁਝ ਹੋਰ ਲੈ ਕੇ ਆਉਂਦੇ ਆ। ਆਮ ਜਾ ਕੇ ਉੱਥੋਂ ਫਿਰ ਖਜੂਰਾਂ ਲੈ ਕੇ ਆਉਂਦੇ ਆ ਅਤੇ ਟੋਪੀਆਂ ਲੈ ਕੇ ਆਉਂਦੇ, ਤਸਵੀਰਾਂ ਲੈ ਕੇ ਉਹ ਲਿਆ ਕੇ ਫਿਰ ਕੀ ਆ ਰਿਸ਼ਤੇਦਾਰਾਂ ਨੂੰ ਦੇਵਾਂਗੇ ਪਤਾ ਲੱਗੇ ਕਿ ਹੱਜ ਕਰਕੇ ਆਇਆ। ਫਿਰ ਟੋਪੀਆਂ ਜਾਂ ਖਜੂਰਾਂ ਲੈਣ ਨਹੀਂ ਜਾਣਾ, ਉੱਥੋਂ ਦਾ ਕੁਛ ਹੋਰ ਹਾਸਿਲ ਕਰਨਾ। ਇੰਨੀ ਦੂਰ ਸਫ਼ਰ ਕਰਕੇ ਜਾਣਾ ਜਦੋਂ ਸਫ਼ਰ ਕਰਕੇ ਜਾਣਾ ਉਹ ਤੋਂ ਕੁਛ ਹਾਸਿਲ ਕਰਨਾ।